ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। When did you arrive for the protest here at Ghazipur? ਕੀ ਕਹਿ ਰਹੇ ਤੁਸੀਂ ਗਾਜ਼ੀਪੁਰ ਕਦੋਂ ਆਏ ਸੀਗੇ ਅੰਦੋਲਨ ਦੇ ਵਿੱਚ? ਇਸ ਤਰ੍ਹਾਂ ਆਗਾ ਗੁਰੂ ਖਾਲਸਾ ਸਾਰੇ ਜਗਤ ਦੀ ਸਿੱਖ ਜਥੇਬੰਦੀਆਂ ਸਾਰੇ ਭਾਈਚਾਰੇ ਨੂੰ ਦਾਸ ਸ਼ੇਰ ਸਿੰਘ ਤਰਨਾਦਲ ਯੂਪੀ ਮਿਸਲ ਭਿੱਖੀ ਮੰਡੀ ਅਮਰ ਸ਼ਹੀਦ ਬਾਬੇ ਦੀਪ ਸਿੰਘ ਦੀਆਂ ਕਲਗੀਧਰ ਦੀਆਂ ਲਾਜੀਆਂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਥੇ 1 ਮਹੀਨੇ ਦੇ ਕਰੀਬ ਹੋ ਚੁੱਕਾ ਹੈ, ਉੱਪਰ ਹੀ ਹੋ ਚੁੱਕਾ ਹੈ। ਸ਼ੁਰੂਆਤੀ ਤੌਰ ਤੇ ਅਸੀਂ ਇੱਥੇ ਆਏ ਸਾਂ ਤੇ ਕੁਝ ਸਾਡੇ ਨਾਲ ਸਾਥੀ ਕੋਈ ਟਰੈਕਟਰ ਟਰਾਲੀਆਂ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਸੀ, ਉਦੋਂ ਅਸੀਂ ਇੱਥੇ ਆਏ। ਉਸ ਤੋਂ ਬਾਅਦ ਇਹ ਇੱਥੇ ਕਾਫਲਾ ਬਣਦਾ ਗਿਆ ਸਹਿਜੇ। So he's saying that he came in the initial 1 month and there were only hundreds of trolleys with them, and these people started from scratch and they put up this whole thing, and it's growing in lakhs now. आपकी मांग क्या है? What are your demands out of this? आप क्या मांग रहे हो सरकार से? ਇਸ ਤਰ੍ਹਾਂ ਆਂਗੇ ਅਸੀਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਤੇਗ ਦੇ ਵਿੱਚੋਂ ਸ਼ਸਤਰਾਂ ਦੇ ਵਿੱਚੋਂ ਸਾਜਿਆ ਹੋਇਆ ਖਾਲਸਾ। ਸਾਡੀ ਕੋਈ ਮੰਗ ਨਹੀਂ, ਸਾਡੀ ਅਕਾਲ ਪੁਰਖ ਨੂੰ ਹੀ ਮੰਗ ਹੁੰਦੀ ਆ। ਅਸੀਂ ਜੋ ਅਕਾਲ ਪੁਰਖ ਕਰਦਾ ਉਹਦੀ ਉਸ ਇੱਛਾ ਸ਼ਕਤੀ ਦੇ ਵਿੱਚ ਰਹਿ ਕੇ ਉਹਦਾ ਜੀਵਨ ਬਸਰ ਕਰਦੇ ਹਾਂ। ਅਸੀਂ ਸ਼ਸਤਰਧਾਰੀ ਵੀ, ਅਸੀਂ ਤਾਂ ਆਪਣਾ ਸ਼ਸਤਰ ਦੇ ਨਾਲ ਵੀ ਹੱਕ ਲੈ ਲੈਂਦੇ ਹਾਂ, ਕਿਉਂਕਿ ਸਿੱਖ ਹਿਸਟਰੀ ਨੂੰ ਜੋ ਤੁਸੀਂ ਪੜ੍ਹੋਗੇ ਸਾਰਾ ਸਿੱਖ ਇਤਿਹਾਸ ਨੂੰ, ਅਹਿਮਦ ਸ਼ਾਹ ਅਬਦਾਲੀ ਨੇ ਕਿੰਨੇ ਵਾਰ ਹਮਲੇ ਕੀਤੇ, ਆਖਰ ਉਹਨੇ ਹੀ ਵਾਰ ਹੀ ਉਹਨੂੰ ਮੂੰਹ ਦਿਖਾ ਕੇ ਆਣੀ ਵੀ ਆਖਰ ਉਹ ਥੱਕ ਚੁੱਕ ਕੇ ਹਾਰ ਗਿਆ। ਜ਼ਕਰੀਆ ਖਾਨ ਨੇ ਜ਼ੋਰ ਲਾ ਚੁੱਕਿਆ, ਕਈ ਮੁਗਲ ਸਲਤਨਤ ਆਈਆਂ, ਕਈ ਕੁਛ ਔਰੰਗਜ਼ੇਬ ਨੇ, ਇੱਥੋਂ ਤੱਕ ਕਿ ਚਾਰੇ ਸਾਹਿਬਜ਼ਾਦੇ ਗੁਰੂ ਜੀ ਦੇ ਉਹਦੇ ਵਿੱਚ ਕਈ ਸਿੰਘ ਜਿਹੜੇ ਸ਼ਹੀਦ ਸਿੰਘਾਂ ਦੇ ਨਾਂ ਦੇ ਨਾਲ ਫੌਜਾਂ ਜਾਣੀਆਂ ਜਾਂਦੀਆਂ ਵਾ, ਮਿਸਲਾਂ ਬਣ ਚੁੱਕੀਆਂ ਵਾ। ਇਹ ਕਲਗੀਧਰ ਪਾਤਸ਼ਾਹ ਦੇ 6ਵੇਂ ਪਾਤਸ਼ਾਹ ਦਾ ਸਾਜਿਆ ਹੋਇਆ ਪੰਥ ਵਾ, ਇਹ ਆਪਦੇ ਫੈਸਲੇ ਆਪ ਕਰਦਾ ਵਾ। ਇਹ ਅਸੀਂ ਕਿਸਾਨਾਂ ਦੇ ਸਹਿਯੋਗ ਦੇ ਵਿੱਚ ਇੱਥੇ ਸ਼ਰਦਾਈਆਂ ਦੇਗਾਂ ਦੇ ਲੰਗਰ ਵਰਤਾ ਰਹੇ ਆ ਕਿ ਨਿਮਰਤਾ ਦੇ ਵਿੱਚ ਖਾਲਸਾ ਦੇਗ ਵਰਤਾਉਂਦਾ ਵਾ, ਤੇ ਜਦੋਂ ਸੰਗਤ ਦਾ ਹੁਕਮ ਹੋਊਗਾ ਫਿਰ ਤੇਗ ਵੀ ਵਰਤਾਈ ਜਾਊਗੀ। So what he's saying is that they have always believed in God since the time immemorial, and they never have asked anything from anybody human. They only ask from God, and they believe in whatever He gives them, and regardless of whatever it is, they always stay within the order of the Lord, and they will never go beyond the order of the Lord. If they had to even, like if they wanted, they can easily pick up weapons and take what they want, but they will never do that because they are supporting the farmers in every way and sort, and they will always stay under the Lord's decision, and always be as humble as possible to serve the people over here living in camps, get them all the food and everything, and if need be and the people and the time demands, they will stand up for social justice as well. ਬਾਕੀ ਇੱਕ ਗੱਲ ਮੈਂ ਇਹ ਕਹਿਣਾ ਚਾਹੂੰਗਾ ਨਰਿੰਦਰ ਸਿੰਘ ਮੋਦੀ ਨੂੰ ਕਿ ਉਹਨੂੰ ਇਹ ਆ ਕਿ ਉਹ ਬਿਲਕੁਲ ਅਨਪੜ੍ਹ ਗਵਾਰ ਆਦਮੀ ਉਹਨੂੰ ਮੈਂ ਗਿਣਦਾ, ਕਿਉਂਕਿ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤਾਂ ਉਸਨੂੰ ਰੀਡ ਕਰੀਦਾ, ਉਹਨੂੰ ਪੜ੍ਹੀਦਾ ਹੈ ਨਾ। ਤੂੰ ਐਡੀ ਮਾਰਸ਼ਲ ਕੌਮ ਦੇ ਨਾਲ ਤੂੰ ਜ਼ਿਆਦਤੀ ਕਰਨਿਆ ਕਿਸਾਨਾਂ ਦੇ ਨਾਲ, ਸਿੱਖ ਕੌਮ ਦੇ ਨਾਲ, ਤੂੰ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ। So he wants to ask Modi ji, the Honorable Prime Minister, that I thought that you were a wiser man, that had you read the history of this country, you would have known what the farmers have stood for and what the Sikh martial Qawm stands for, and what we have done in the past. You would have never done such things had you known the history of this country. So he's just asking him that don't you know the history of this country? ਕਿਉਂਕਿ ਸਿੱਖ ਕੌਮ ਪਿੱਛੇ ਇਹਨਾਂ ਕਾਰਨਾਂ ਕਰਕੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਜੋ ਕੁਝ ਵੀ ਹੋਇਆ ਸੀ ਉਹ ਇੱਕ ਜਨੂਨ ਸੀ, ਕਿਉਂਕਿ ਇਹਨਾਂ ਨੇ ਜਦੋਂ ਗੋਲਡਨ ਟੈਂਪਲ ਉਹ ਬਾਅਦ ਇੰਦਰਾ ਗਾਂਧੀ ਦੇ ਬਾਅਦ ਇੰਨੀ ਅੱਤ ਜੇ ਆ ਤੇ ਮੋਦੀ ਨੇ ਚੁੱਕੀ ਆ। So what he's saying is, had not Indira Gandhi forgotten the history, things wouldn't have happened. She committed atrocities on Sikhs all over India, and that's why things happened at that time. But now he considers that Modi is on that same path. So he is basically praying for the country that they should, they should take a wiser step. And he said that he's going to stay humble, and he will serve the people, but need be social justice will be given as well. ठीक है बाबा जी। ਕਾਲੇ ਕਾਨੂੰਨ ਵਾਪਸ ਲਵੇ ਬਾਬਾ ਜੀ। ਇੱਕ ਦੋ ਆਪਦੇ ਜਿਹੜੇ ਆਪਣੇ ਆਪਾਂ ਜੈਕਾਰੇ ਬੁਲਾਉਣੇ ਆ ਜਾਂ ਨਾਰੇ ਹੁੰਦੇ ਨੇ, ਉਹਨਾਂ ਦਾ ਮਤਲਬ ਵੀ ਸਮਝਾਵਾਂਗੇ, ਤੇ ਤੁਸੀਂ ਉਹ ਵੀ ਇੱਕ ਦੋ ਬੋਲ ਕੇ ਸੁਣਾਓ ਵੀ ਉਹ ਮੈਂ ਇੰਗਲਿਸ਼ ਦੱਸੂਗਾ ਇਹਨਾਂ ਨੂੰ ਇਹਦਾ ਕੀ ਮਤਲਬ ਹੈ। ਇਹਨਾਂ ਨੂੰ ਲੱਗਦਾ ਹੈਗਾ ਵੀ ਜਦੋਂ ਸਿੰਘ ਗੱਜਦਾ ਪਤਾ ਨਹੀਂ ਕੀ ਗਾਲ ਹੀ ਕੱਢਦਾ ਹੋਵੇ ਜੁੱਤਾ। ਖੁਸ਼ੀਆਂ ਦੇ ਜਕਾਰੇ ਜਾਵੇ, ਨਿਹਾਲ ਹੋ ਜਾਵੇ, ਕਲਗੀਧਰ ਪਾਤਸ਼ਾਹ ਦੇ ਚਰਨਾਂ ਨੂੰ ਭਾਵੇ, ਫਤਿਹ ਪਾਵੇ। ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਦੇਖ ਤੇਗ ਫਤਿਹ, ਖਾਲਸੇ ਦੀ ਅਰਮਦਾਨ ਫਤਿਹ। ਸੋ ਵਾਟ ਇਜ਼ ਸੇਇੰਗ, ਹਾਂਜੀ ਪਲੀਜ਼ ਗੋ। ਇਹ ਜਕਾਰਾ ਕਲਗੀਧਰ ਪਾਤਸ਼ਾਹ ਦਾ ਸਾਜਿਆ ਹੋਇਆ ਜਕਾਰਾ, ਪੰਥ ਦਾ ਜਕਾਰਾ। ਇਹ ਜ਼ਿਆਦਾਤਰ ਖਾਲਸਾ ਫੌਜਾਂ ਜਦੋਂ ਕਿਤੇ ਫੌਜ ਤੇ ਚੜ੍ਹਾਈ ਕਰਨੀ ਆ, ਜਾਂ ਫੌਜ ਖੁਸ਼ੀਆਂ ਦੇ ਵਿੱਚ, ਜਾਂ ਦੇਗਾਂ ਵੇਲੇ, ਜਾਂ ਹਰ ਵੇਲੇ ਆਨੰਦ ਦੇ ਵਿੱਚ ਰਹਿਣ ਲਈ ਵੀ, ਖੁਸ਼ੀ ਦੀ ਇੱਕ ਲਹਿਰ ਦੇ ਵਿੱਚ ਰਹਿਣ ਲਈ ਵੀ, ਮੈਦਾਨ ਨੂੰ ਫਤਿਹ ਕਰਨ ਲਈ ਵੀ, ਇਹ ਇੱਕ ਅਕਾਲ ਪੁਰਖ ਵੱਲੋਂ ਦਿੱਤਾ ਗਿਆ ਸਾਨੂੰ ਖਾਲਸੇ ਦਾ ਨਾਰਾ ਵਾ।
So he's saying that this is a slogan given to us directly by the Lord, Guru Gobind Singh Ji himself, and he's saying that this is. So what he was saying when he was saying was that, you know, anybody who praises the name of the Lord and, you know, does the rightful thing, so Sat Sri Akal, that he is ever eternal. You know, that's what he said, and we only stay in union with the eternal and are always in, you know, infinite happiness, state of bliss. We, like, you know, whether it's about serving food, whether it's about serving social justice. So when he's saying Deg means food. When he's saying Teg means a sword, protecting the poor and serving social justice. So they are saying that we're ever bliss, state of, you know, eternal bliss. We are never afraid of anything, and we'll continue our service, whether it's Deg or Teg. ठीक है भाई, चक दे बस बाबा जी। एक कोई शस्त्र वगैरह होवे ते इन्हां नूं दिखा दी आपां कोई जिहड़ा खालसा दा झंडा झुल रहा पूरी दुनिया दे उत्ते, ओहदा मतलब की है, क्योंकि ये खालसा दे झंडे नूं जिहड़ा गरीब मजलूम दा झंडा है, जिहड़ा सो खालसा फ्लैग ਜਿਹੜੇ ਤੁਸੀਂ ਨਿਸ਼ਾਨਾਂ ਦੇ ਆ ਕਲਗੀਧਰ ਪਾਤਸ਼ਾਹ ਦੇ ਆਪਾਂ ਅਸੀਂ ਦੱਸਾਂਗੇ। So I want to show the flags of India, but ਬਾਬਾ ਜੀ ਮੈਂ ਪੁੱਛਦਾ ਤੁਹਾਨੂੰ ਇੱਕ ਮਿੰਟ ਪਹਿਲਾਂ, ਮੈਂ ਇੰਗਲਿਸ਼ ਬੋਲਦਾ ਇਹਨਾਂ ਨੂੰ। So what these flags mean is what we saw. Our next question from Baba Ji is that what do these flags stand for? Are these flags for a country? Are these flags for a terrorist organization? What are these flags? So Baba Ji, ਤੁਸੀਂ ਦੱਸੋ flag ਬਾਰੇ ਦੱਸ ਰਹੇ, ਬੋਲੋ ਬਾਬਾ ਜੀ। ਇਹ ਕਲਗੀਧਰ ਪਾਤਸ਼ਾਹ ਦੇ ਦਿੱਤੇ ਸਾਨੂੰ ਨਿਸ਼ਾਨ ਵਾ। ਇਹਨਾਂ ਦੀ ਇਹ ਆ, ਇਹ ਸੰਦੇਸ਼ ਇਹ ਆ ਕਿ ਨਿਸ਼ਾਨ ਸ਼ਹੀਦ ਸਿੰਘ ਪਾਤਸ਼ਾਹ, ਇਹਨਾਂ ਦੀ ਇਹ ਮਰਿਆਦਾ ਵਾ ਕਿ ਆਖਰ ਨੂੰ 96 ਕਰੋੜੀ ਜਦੋਂ ਖਾਲਸਾ ਸੱਜਣਾ ਸਾਰੀ ਦੁਨੀਆ ਦੇ ਵਿੱਚ ਅਕਾਲ ਪੁਰਖ ਦਾ ਰਾਜ ਹੁਕਮ ਚੱਲਣਾ, ਸਤਜੁਗ ਆਉਣਾ ਜਦੋਂ, ਉਦੋਂ ਇਸ ਝੰਡੇ ਥੱਲੇ ਸਾਰਾ ਵਿਸ਼ਵ ਇਕੱਠਾ ਹੋਣਾ। So he is saying these flags, basically, first of all, Indian Army wears these flags, rare flag, you know, Indian flag driving with the Khalsa flag over here, you see that. So what this flag stands for is that, so this is all Akal Purkh, you know, I didn't want to get this bit on my picture, but this is Akal Purkh right here. This movement is being driven, and the flag is standing still there. If you look at the car, it's stopped for a reason, right? So this is what it is. So this is driven with Tirangas and Khalsa flag, and the Khalsa flag is a flag of the Indian Army, and wherever there is Guru Granth Sahib Ji Prakashed, so everybody takes this flag with, you know, very respect, and, you know, this flag is the flag that will unify the whole world, created by the Guru Gobind Singh Ji. So created by the Guru Gobind Singh himself, that will unite the whole world. So in the future, when, like, you know, I think Christians call it Judgment Day, in the future when all the worlds will unite under one flag of justice, right? This flag stands. So what does this flag mean is, basically it is put on all the Gurdwaras, that anybody who's poor, underprivileged, where justice has not been delivered, who's been victimized, who's been, you know, suppressed, he can go there in that Gurdwara or wherever this building has that flag and ask for shelter, food, whatever, you know, like if his life is in danger. So this flag is the one that's going to unify the whole world, and that's when we're saying 96 crore. So like all the world, like all the crores of the people will unite under 96 crores of people. That's what he's saying. Will unite under this flag, and that will set the truth free, and, you know, everybody will be all under Almighty, and, you know, would be ever eternal bliss. That's what he just said. और बाबा जी हथियारों बारे तो ना कोई गल करिए, क्योंकि अपने पूछते ने भी हथियार आप क्यों पाने हैं, ये थोड़े हथियार। So why do you guys wear weapons? ते थोड़े बाबा जी वेपन क्यों होंदा थोड़े को हमेशा? क्षत्रिय के पूत हैं, ब्राह्मण के नहीं। ਅਸੀਂ ਸ਼ਸਤਰਧਾਰੀ ਫੌਜ ਆ, ਛਤਰੀ ਦੇ ਪੁੱਤਰ ਵਾਂ। ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਛਤਰੀ ਧਰਮ ਦੇ ਵਿੱਚ ਜਨਮ ਹੋਇਆ। 3 ਪਾਤਸ਼ਾਹੀਆਂ ਬੇਦੀ ਵੰਸ਼ 'ਚ ਹੋਈਆਂ, ਬਾਕੀ ਸਾਰੀਆਂ ਪਾਤਸ਼ਾਹੀਆਂ ਸੋਢੀ ਵੰਸ਼ ਦੇ ਵਿੱਚ ਹੋਈਆਂ। ਸੋਢੀ ਵੰਸ਼ ਦੇ ਵਿੱਚ ਪਹਿਲਾਂ ਹੀ ਗੁਰੂ ਜੀ ਨੂੰ ਗਿਆਨ ਕਰਾਇਆ ਸੀ ਕਿ ਬੜੀਆਂ ਕੁਰਬਾਨੀਆਂ, ਬੜਾ ਕੁਝ ਹੋਣਾ ਵਾ, ਪਰ ਫਿਰ ਵੀ ਮਾਤਾ ਜੀ ਦੀ ਜਿੱਤ ਤੇ ਸੋਢੀ ਵੰਸ਼ ਚੱਲੀ। ਇਹ ਬੇਦੀ ਦੇ ਸੋਢੀ बड़ा लम्मा दोवां वंशां का इतिहास आ, पर ये शस्त्रां दा वजन वा, ये शस्त्र इस तरह अकाल पुरख वल्लों दिते सन शस्त्र। असीं मार्शल आर्ट जिहड़ा वा निहंग सिंह संपदा, सब तो पहला मार्शल आर्ट निहंग सिंह संस्था दे विच आया, गुरु गोबिंद सिंह जी द्वारा सिखाया गया। शस्त्र दे नाल असीं आपदा धार्मिक क्रिया भी करनी है, पर जिथे मान लो तुसीं साडीआं भैणां गुजर रहीआं, जिथे कोई लुੱਟ कोई स्नैचिंग करदा, कोई लुੱਟ मार जां कोई अपमानजनक हरकत करदा वा, उस नूं रोकण लई असीं ये शस्त्रधारी फौज। धर्म नूं एक तराजू, एक हत्थ जिहड़े धर्म नूं रख के चलना, एक हत्थ शस्त्र रख के चलना, वो सच के पैरे चलना गुरु गोबिंद सिंह ने सिखाया। दोवें चीज़ां बराबर समानता, मीरी ते पीरी, जी गुरु हरगोबिंद पातशाह ने दो तलवारां पहनियां, ये सानू खून दे विच, क्योंकि खालसे दा जन्म ही जो गुरु जी ने खालसा 1699 नूं विसाखी वाले दिन गुरु जी ने खालसा साजिया। उत्थे गुरु जी ने नगन तेग कढ के 5 सिरां दी मंग कीती आ। वो किसी एक एरिया तो नहीं, पूरे हिंदुस्तान दे विचों कोई
ਕਿਤੋਂ ਆ ਕੇ ਸਿਰ 5 ਸਿਰ ਦਿੱਤੇ ਆ। ਉਦੋਂ ਬਾਅਦ ਗੁਰੂ ਜੀ ਨੇ ਉਹਨਾਂ ਦਾ ਸਿਰ ਧੜ ਨਾਲੋਂ ਵੱਖ ਕਰਕੇ ਉਹਨਾਂ ਨੂੰ ਦੁਬਾਰਾ ਮ੍ਰਿਤਕ ਤੋਂ ਜੀਵਤ ਕਰਕੇ ਜਿਹੜਾ ਅੰਮ੍ਰਿਤ ਸੰਚਾਰ ਕਰਕੇ ਸਾਰੇ ਖਾਲਸੇ ਨੂੰ ਉਹਨਾਂ 5 ਪਿਆਰਿਆਂ ਤੋਂ ਮੁੜ ਕੇ ਆਪ ਛਕਿਆ ਗੁਰੂ ਜੀ ਨੇ ਆਪ। ਉੱਥੇ ਗੁਰੂ ਜੀ ਨੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜੇ ਆ। ਇਹ ਕਰਕੇ ਇਹ ਸ਼ਸਤਰ ਸਾਨੂੰ ਗੁਰੂ ਜੀ ਦੁਆਰਾ ਦਿੱਤੇ ਹੋਏ ਆ। ਇਹਨਾਂ ਨੂੰ ਅਸੀਂ ਹਰ ਵਕਤ ਆਪਦੇ ਅੰਗ ਸਰੀਰ ਦੇ ਨਾਲ ਲਾ ਕੇ ਰੱਖਦੇ। ਸੋ ਮਾਂ ਭਗਉਤੀ ਆ, ਬਹੁਤ ਮਾਂ ਭਗਉਤੀ ਤੇ ਭਗਉਤਾ ਸਾਹਿਬ ਦੇ ਰੂਪ ਸਮਝਦੇ। ਹਾਂਜੀ ਹਾਂਜੀ, ਭਗਉਤੀ ਆਪਾਂ ਸ੍ਰੀ ਸਾਹਿਬ ਨੂੰ ਕਹਿੰਦੇ ਆ ਜੀ। ਹਾਂਜੀ ਠੀਕ ਹੈ। ਸੋ what Baba Ji is saying is that these weapons or shastras as he calls them have been provided by the Almighty to serve the poor and the needy. In today's time, it's very relevant that our sisters among us, anybody here over here, if there would be any need to give safety, these shastras can be used still, and it will only be used for the service of the needy and the underprivileged and wherever social justice is going out of hands. And what he's saying is that in 1699 Guru Gobind Singh Ji created Khalsa, and he's telling that the initial gurus did not belong. So after initial 3 gurus, the Sodhi clan gurus, although they knew that they would have to give their lives and they will have to give like so many sacrifices to be on the front lines of the Sikh religion, but they still chose to do so. And we all know the history, all gurus have given away everything. So that's when the saint soldier concept came up, because after the 5th guru, the 6th guru decided that we're going to be saints and soldiers at the same time. Because if you look at Indian history, we were Hindus, so it's like, if you compare an analogy, it would be like a very beautiful garden which has different flowers like Hinduism, Jainism, Buddhism, Muslims, all like beautiful religions over here, and many more which I have not taken them, Christians, Parsis, so many more. And that so Sikh saint soldiers are like a barbed wire around that, so nobody can come in and attack the country, or the poor. We always stand up for the truth. So he's saying that in 1699, and the symbolic thing what he's saying is that Guruji first gave Amrit when he created the Khalsa. He created eagles from sparrows, I will call it, but there could be a better word for that, but I'm not a poet. But the thing is, when he created this Khalsa, he gave Amrit first to the 5 Panch Pyaras, which were like normal people from different walks of lives from all across India, not Punjab. I don't think Baba Ji ekko hi Panch Pyara Punjab to nahi thi na? Nahi. So there was no one Panch Pyara from Punjab. All were from different states and all belonged to different caste. Koi Jatt bhi nahi siga, unna chokka siga koi Jatt, koi Nai siga, koi kuch siga, theek hai na? So no Jatts, as we say. So no farmers in a way, like Jatts are basically farmers. So because many people will say that only Jatts did everything for Sikhism. That's not the case. So there were all people stood up for Sikhism. So he's saying that he gave Amrit, which is very symbolic, first to the people, then to himself. So today the Indian government thinks that the land Supreme Court, the most honorable Supreme Court, the highest court in the land, is above the court of the people, which is not the case, which has never been the case. Our Guru has told us the court of the people is the biggest court, and it is like the court of the Lord, right, Almighty. So judgments will come from the court of the people. That's how it is. And he laid the lives, he laid the foundation of secularism in India, included every religion, every dharm, stood up for the right thing. So gave up lives for, we wouldn't call it for Hindus, but we're doing the right thing, because people from other religions could believe in what they wanted to believe, not because Guruji wanted to be a Jain or a Sanatan Hindu or a Muslim. He only stood up for the right people. So Baba Ji, apni shastra di gall hogi, ek bari jande koi jiਵੇਂ ਆਪਣਾ ਕੋਈ ਜਿਵੇਂ ਨਿਹੰਗ ਸਿੰਘ ਹੈਗਾ ਨਾ, ਇਹ ਸ਼ਬਦ ਕੁਝ ਸ਼ਬਦਾਂ ਦੇ ਮਤਲਬ ਤੁਹਾਡੇ ਤੋਂ ਪੁੱਛਣੇ ਨੇ, ਉਹਨਾਂ ਦੇ ਮਤਲਬ ਜ਼ਰੂਰ ਦੱਸ ਦਿਓ ਵੀ ਇਹਨਾਂ ਦੇ ਸ਼ਬਦਾਂ ਦੇ ਮਤਲਬ, ਜਿਵੇਂ ਸਿੱਖ ਦਾ ਮਤਲਬ ਦੱਸ ਦਿਓ ਪਹਿਲਾਂ ਕੀ ਹੁੰਦਾ। ਸਿੱਖ ਦਾ ਸ਼ਬਦ ਦਾ ਮਤਲਬ ਕਿ ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਸਾਜਿਆ ਹੋਇਆ ਹੈ ਯੋਧਾ, ਇਹ ਐਸਾ ਸਾਜਤਾ ਗੁਰੂ ਜੀ ਨੇ। ਸਿੱਖ ਦਾ ਮਤਲਬ ਹੈ ਕਿ ਆਖਰੀ ਸਵਾਸ, ਆਖਰੀ ਸਾਹ ਤੱਕ ਸਿੱਖਦੇ ਰਹਿਣਾ। ਤੇ ਸਿੱਖਣਾ ਕਿਤੋਂ? ਸਮਰੱਥ ਜੋਤ ਸਮਰੱਥ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹ ਕੇ। ਉਹਨਾਂ ਨੇ ਸਾਨੂੰ ਜੋ ਮਾਰਗ ਸਾਡੇ ਦੱਸਿਆ, ਕਿਸ ਤਰ੍ਹਾਂ ਸੱਚ ਦੇ ਮਾਰਗ ਤੇ ਚੱਲਣਾ ਵਾ, ਕਿਹੜੇ ਪੈਰਿਆਂ 'ਚ ਰਹਿਣਾ ਵਾ, ਕਿਸ ਤਰ੍ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ 11ਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ। ਇਹ ਕਰਕੇ ਸਿੱਖ ਦਾ ਤਾਂ ਫਰਜ਼ ਇਹ ਹੈ ਕਿ ਸਾਰੀ ਉਮਰ ਲਾਸਟ ਆਖਰੀ ਸਵਾਹ ਤੱਕ ਦਇਆ, ਧਰਮ ਦਾ ਵੀ ਪੱਲੂ ਰੱਖਣਾ, ਸਬਰ, ਸੰਤੋਖ ਤੇ ਸਿੱਖ ਕੇ। ਸਿੱਖ ਦਾ ਮਤਲਬ ਇਹ ਹੋ ਕਿ ਸਾਰੀ ਉਮਰ ਸਿੱਖਣਾ। So what I asked him, what does the word Sikh mean? So the transliteration meaning of this word Sikh is disciple, forever learning and seeking, because this is a land of seekers and learners. This is not a land of rulers. It has never been. So majority of the people have always been seekers and learners, right? So Sikh means that forever learning from the path shown by the Guru Granth Sahib himself,
learning from the Bani, being humble always. And then he talks about 5 virtues of a Sikh that basically define a Sikh. The first virtue he's talking about is pyar, which is love. Then he's talking about santokh, which is contentment. Then he's talking about nimrata, which is humility. Then he's talking about daya. Daya means generosity or charity. And the Baba ji panjwa sat santokh pyar daya dharma sabr santok sanjam sab kuch aa gaya. Sat truth as well, to always be with the truthful side. Jadon edo paar gal lang je fir veer ras auna zaruri hai. Veer ras, yeah. So when things go beyond a certain level, then to get the social justice, then we have to bear arms as well. So Baba ji, ਨਿਹੰਗ ਸ਼ਬਦ ਦਾ ਮਤਲਬ ਵੀ ਦੱਸ ਦਿਓ, ਪਰ ਆਪਦੀ ਬੇਨਤੀ ਰੱਖੋ। ਸ਼ਬਦ ਜਿਹੜਾ ਵਾ ਇਹ ਫਾਰਸੀ ਦਾ ਸ਼ਬਦ ਵਾ, ਫਾਰਸੀ ਭਾਸ਼ਾ ਦਾ। ਨਿਹੰਗ ਕਹਿੰਦੇ ਮਗਰਮੱਛ, ਜਿਵੇਂ ਮਗਰਮੱਛ ਨਿਹੰਗ ਸ਼ਬਦ ਮਗਰਮੱਛ ਨੂੰ, ਸਿੰਘ ਸ਼ਬਦ ਸ਼ੇਰ ਦਾ। ਇਹ ਦੋ ਚੀਜ਼ਾਂ ਨਾਲ ਸਮੇਲ ਕੀਤਾ ਗੁਰੂ ਸਾਹਿਬ ਨੇ, ਨਿਹੰਗ ਵੀ ਤੇ ਸਿੰਘ। ਤੇ ਬਾਬਾ ਜੀ ਕੌਰ ਸ਼ਬਦ ਆਪਣੀ ਭੈਣਾਂ ਵਾਸਤੇ ਉਹਦਾ ਕੀ ਮਤਲਬ ਹੈ? ਕੌਰ ਸ਼ਬਦ ਜਿਹੜਾ ਵਾ ਗੁਰੂ ਜੀ ਨੇ ਤੇ ਸਿੰਘਣੀ ਦਾ ਸ਼ਬਦ ਦਾ ਨਾਂ ਦਿੱਤਾ ਵਾ। ਕੇਸਕੀ ਸਜਾਉਣੇ ਆ, ਜਿਹੜਾ ਮੇਰੀ ਧੀ ਭੈਣ ਕੇਸਕੀ ਸਜਾਊਗੀ, ਉਹਦੇ ਵਿੱਚ ਸਾਨੂੰ ਮਾਤਾ ਸਾਹਿਬ ਦੇਵਾ ਦਾ ਸਰੂਪ ਦਿਸੂਗਾ। ਉਹ ਮੇਰੀ ਭੈਣ ਨੂੰ ਮਾਤਾ ਸਾਹਿਬ ਦੇਵਾ ਦਾ ਸਰੂਪ ਦਿਸੂਗਾ। ਉਸ ਤਰ੍ਹਾਂ ਜੇ ਮੇਰੀਆਂ ਭੈਣਾਂ ਰਹਿੰਦੀਆਂ ਵਾ, ਉਹ ਕਾਲੀ ਰੂਪ ਹੀ ਦਿਖਦਾ ਵਾ। ਜੇ ਗੁਰੂ ਦਾ ਸਰੂਪ ਜਾਂ ਮਾਤਾ ਸਾਹਿਬ ਦੇਵਾ ਦਾ ਕਾਲ ਦਾ ਸਰੂਪ ਵੇਖਣਾ, ਤੇ ਫਿਰ ਮੇਰੀਆਂ ਭੈਣਾਂ ਇੱਕ ਤਾਂ ਹਾਰ ਸ਼ਿੰਗਾਰ ਬੰਦ ਕਰਨ, ਬਿਲਕੁਲ ਆਪਦੇ ਨੋਰਮਲ ਜੀਵਨ ਦੇ ਵਿੱਚ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ, ਉਸ ਤਰ੍ਹਾਂ ਅੰਮ੍ਰਿਤ, ਜਿਸ ਤਰ੍ਹਾਂ ਅੰਮ੍ਰਿਤ ਸੰਚਾਰ ਦੇ ਵੇਲੇ 5 ਪਿਆਰਾ ਸਾਹਿਬਾਨ ਜਿਸ ਤਰ੍ਹਾਂ ਆਪਾਂ ਨੂੰ ਦੱਸਦੇ, ਜੇ ਉਸ ਚੀਜ਼ ਨੂੰ ਫੋਲੋ ਕੀਤਾ ਜਾਵੇ ਤੇ ਕੇਸਕੀ ਸਜਾਈ ਜਾਵੇ, ਤੇ ਫਿਰ ਸਿੰਘਣੀ। So Singh word means lion. The word Nihang is a Farsi word which means a crocodile. So we sometimes mention in different videos talking to Nihangs, we've been called the children of snakes by the Mughals. So सप्पा के बच्चे आखा गया था हमें। So कि सांपों के बच्चे सांप होते हैं, मतलब कि the children of snakes will be like snakes. So we are basically like warrior reptiles, like those Canadian raptors, right? So we basically raptors, we are snakes, we are all snakes. So we will always be a snake for anybody who stands against India, like the snake that Shivji is wearing in his neck as well. So मैं कहा शिवजी ਦੇ ਸੱਪ ਵਾਂਗੂ ਆਪਾਂ ਸੱਪ ਵੀ ਆ, ਸੱਪਾਂ ਦੇ ਬੱਚੇ ਸਪੋਲੀਏ ਨੇ ਨਾ, ਆਪਾਂ ਉੜਦੇ ਹੋਏ ਸੱਪ ਹੋਣੇ ਵਾ, ਜਿਵੇਂ ਕਰਤਾਰ ਸਿੰਘ ਸਰਾਭੇ ਨੂੰ ਉੜਦਾ ਹੋਇਆ ਸੱਪ ਕਿਹਾ ਗਿਆ। ਉਹ ਤਾਂ ਇੱਕ ਵੇਖੋ ਜੀ ਮੁਗਲ ਹਕੂਮਤ ਨੇ ਬਕਵਾਸਬਾਜ਼ੀ ਕੀਤੀ, ਫਾਲਤੂ ਰੂਪ ਦੱਸਿਆ ਸੀ। ਕਿਉਂਕਿ ਜਿਹੜਾ ਸਿੰਘ ਵਾ ਨਾ, ਸਿੰਘ ਦਾ ਕੰਮ ਆ, ਜਿਹੜਾ ਗੁਰੂ ਦਾ ਸਿੰਘ ਵਾ, ਉਹਦੇ ਵਿੱਚ ਤਾਂ ਨਿਮਰਤਾ ਵੀ ਬਹੁਤ ਜ਼ਿਆਦੀ ਆ। ਸਿਰੋਂ ਪਾਣੀ ਮਹਾਰਾਜ ਨੇ ਆਖਿਆ ਸ਼ਾਮ ਦਾਮ ਦੰਡ ਭੇਜ। ਜਦੋਂ ਕੋਈ ਕਿਸੇ ਨੂੰ ਵੀ ਤੁਸੀਂ ਸ਼ਾਮ ਦਾਮ ਦੰਡ, ਮਤਲਬ ਪਿਆਰ ਨਾਲ, ਨਿਮਰਤਾ ਨਾਲ, ਜਦੋਂ ਸਾਰੀਆਂ ਹੱਦਾਂ ਟੱਪ ਜਾਵੇ, ਫਿਰ ਡੰਡੇ ਦੀ ਭਾਸ਼ਾ ਰਹਿ ਜਾਂਦੀ ਸ਼ਸਤਰ ਦੀ। So he's correcting me and he's saying that we should not be compared with the snakes, because that's something distasteful said about Sikhs by a foreign emperor. We are very humble. We have always been humble, and we only pick up sword as a last resort. That's never the first resort or any medium resort. So I correct myself, friends. The snake story was something that I was wrong at comparing. So yeah, it's distasteful and very dishonorable word to use. ठीक है भाई, बस वाहिगुरु जी फिर हो जाए जयकारा एक बारी। जयकारे जावे, निहाल हो जावे, फतेह पावे सत श्री अकाल। ਤੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਦਾ ਮਤਲਬ ਦੱਸ ਦਿਓ ਇੱਕ ਵਾਰੀ, ਕਿਉਂਕਿ ਇਹ ਬਹੁਤ ਬੱਚਿਆਂ ਨੂੰ ਨਹੀਂ ਪਤਾ। ਵਾਹਿਗੁਰੂ ਸ਼ਬਦ ਜਿਹੜਾ ਵਾ, 4 ਯੁੱਗਾਂ ਦੇ ਅਵਤਾਰ ਜਿਹੜੇ ਹੋਏ ਆ, ਵਾ ਵਾਸੁਦੇਵ, ਹਰੀ ਗਾ, ਗੋਬਿੰਦ ਰਾਮ। ਵਾਹਿਗੁਰੂ ਸ਼ਬਦ 4 ਯੁੱਗਾਂ ਦੇ ਅਵਤਾਰ ਤੇ ਰੱਖਿਆ ਗਿਆ। ਗੁਰੂ ਸਾਹਿਬ ਨੇ ਵਾਹਿਗੁਰੂ ਸ਼ਬਦ ਦਾ ਸੁਮੇਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਕਿ ਸਾਰੇ ਖਾਲਸੇ ਨੂੰ ਇੱਕ ਸਾਰੀ 96 ਕਰੋੜ ਖਾਲਸਾ, ਜੋ ਵੀ ਅਕਾਲ ਪੁਰਖ ਵਾਹਿਗੁਰੂ ਉਹਨੂੰ ਆਪਣੇ ਕਲਾਵੇ 'ਚ ਲੈ ਕੇ ਵਾਹਿਗੁਰੂ ਜੀ ਕੀ ਫਤਿਹ, ਤੇ ਉਹ ਅਕਾਲ ਪੁਰਖ ਦੀ ਸਦਾ ਹੀ ਫਤਿਹ ਆ। ਇਹੀ ਅਰਥ ਵਾ। ਠੀਕ ਹੈ ਬਾਬਾ ਜੀ, ਵਾਹਿਗੁਰੂ ਜੀ ਖਾਲਸਾ, ਬਾਬਾ ਜੀ ਵਾਹਿਗੁਰੂ ਜੀ ਫਤਿਹ ਜੀ।